ਪ੍ਰਭਜੋਤ ਕੌਰ ਮੂਲ ਰੂਪ ਵਿੱਚ ਇੱਕ ਕਵਿੱਤਰੀ ਹੈ, ਪਰ ਉਸਨੇ ਸਾਹਿਤ ਦੀਆਂ ਹੋਰ ਵਿਧਾਵਾਂ ਵਿੱਚ ਵੀ ਗੌਲਣਯੋਗ ਕੰਮ ਕੀਤਾ। ਇਸ ਪੇਪਰ ਦਾ ਕੇਂਦਰ ਉਸ ਦੀ ਸਵੈ ਜੀਵਨੀ ਮੂਲਕ ਵਾਰਤਕ ਹੈ, ਜਿਹੜੀ ਵਧੇਰੇ ਤੌਰ 'ਤੇ ਸਵੈ ਮੂਲਕ ਹੈ। ਉਸ ਦੀ ਵਾਰਤਕ ਰਚਨਾ ਨੂੰ 3 ਕੋਣਾਂ ਤੋਂ ਦੇਖਿਆ ਜਾ ਸਕਦਾ ਹੈ। ਪਹਿਲਾ ਤਾਂ ਇਹ ਕਿ ਉਸਨੇ ਆਪਣੇ ਜੀਵਨ ਨੂੰ ਜੀਣਾ ਵੀ ਇੱਕ ਅਦਾ ਹੈ ਰਾਹੀਂ 2 ਭਾਗਾਂ ਵਿੱਚ ਬਿਆਨਿਆ। ਇਹ ਸ਼ੁੱਧ ਰੂਪ ਵਿੱਚ ਉਸ ਦੀ ਸਵੈ ਜੀਵਨੀ ਹੈ, ਜਿਸ ਵਿੱਚ ਉਸਨੇ ਆਪਣੇ ਜੀਵਨ ਦੀਆਂ ਅਹਿਮ ਘਟਨਾਵਾਂ ਨੂੰ ਵਿਸਥਾਰ ਵਿੱਚ ਦੱਸਿਆ। ਉਸ ਦੀ ਵਾਰਤਕ ਦਾ ਇੱਕ ਪੱਖ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਭਾਸ਼ਾ ਭਾਗ ਪੰਜਾਬ ਨਾਲ ਜੁੜਦਾ ਹੈ। ਪੰਜਾਬੀ ਯੂਨੀਵਰਸਿਟੀ ਇੱਕ ਵਿਸ਼ੇਸ਼ ਲੜੀ ਤਹਿਤ ਪੰਜਾਬੀ ਦੇ ਪ੍ਰਸਿੱਧ ਲੇਖਕਾਂ ਦੀ ਸਿਰਜਣ ਪ੍ਰਕਿਰਿਆ ਨੂੰ ਸਾਹਿਤਕ ਸਵੈ ਜੀਵਨੀ ਦੇ ਰੂਪ ਵਿੱਚ ਲਿਖਾਉਂਦੀ ਹੈ, ਜਿਸ ਵਿੱਚ ਬਹੁਤ ਸਾਰੇ ਪੰਜਾਬੀ ਦੇ ਦਰਜਨਾਂ ਲੇਖਕ ਜਿਹੜੇ ਵੱਡੇ ਨੇ ਉਹਨਾਂ ਦੀਆਂ ਸਾਹਿਤਕ ਸਵੈ ਜੀਵਨੀਆਂ ਛਾਪੀਆਂ ਗਈਆਂ। ਇਸੇ ਲੜੀ ਵਿੱਚ ਹੀ ਪ੍ਰਭਜੋਤ ਕੌਰ ਦੀ ਸਾਹਿਤਕ ਸਵੈ ਜੀਵਨੀ ਨੂੰ ਦੇਖਿਆ ਜਾ ਸਕਦਾ ਹੈ। ਉਸ ਦੀ ਵਾਰਤਕ ਦਾ ਅਗਲਾ ਪੱਖ ਭਾਸ਼ਾ ਵਿਭਾਗ ਪੰਜਾਬ ਵਾਲਾ ਹੈ, ਜਿਸ ਵਿੱਚ ਵਿਭਾਗ ਵੱਲੋਂ ਪ੍ਰਸਿੱਧ ਲੇਖਕਾਂ ਦੀ ਸਿਰਜਣ ਪ੍ਰਕਿਰਿਆ ਦੇ ਅਨੁਭਵ ਇੱਕ ਪ੍ਰੋਜੈਕਟ ਤਹਿਤ ਲਿਖਵਾਏ ਜਾਂਦੇ ਹਨ, ਜਿਸ ਦਾ ਪ੍ਰਤੀਫਲ ਪ੍ਰਭਜੋਤ ਕੌਰ ਦੀ ਪੁਸਤਕ ਕਾਵਿ ਕਲਾ ਤੇ ਮੇਰਾ ਅਨੁਭਵ ਵੀ ਹੈ। ਇਹ ਇੱਕ ਤਰ੍ਹਾਂ ਦੀ ਮਾਈਕਰੋ ਰੂਪ ਵਿੱਚ ਲੇਖਕ ਦੀ ਸਿਰਜਣਾ ਨੂੰ ਜਾਣਨ ਦਾ ਉਦਮ ਹੈ, ਕਿਉਂ ਪ੍ਰਭਜੋਤ ਕੌਰ ਦੀ ਵਾਰਤਕ ਸਪਸ਼ਟ ਰੂਪ ਵਿੱਚ 2 ਦਿਸ਼ਾਵਾਂ ਦਾ ਸੁਮੇਲ ਬਣ ਜਾਂਦੀ ਹੈ। ਉਸ ਦੀ ਪਰਿਵਾਰਕ ਤੇ ਸਮਾਜਿਕ ਅਤੇ ਬਤੌਰ ਲੇਖਕ ਜ਼ਿੰਦਗੀ ਭਾਵ ਉਸ ਦਾ ਸਿਰਜਣਾਤਮਕ ਸਫ਼ਰ। ਇਉਂ ਉਸ ਦੀ ਵਾਰਤਕ ਕੰਟਰਾਸਟ ਦੇ ਰੂਪ ਵਿੱਚ ਆਕਾਰ ਗ੍ਰਹਿਣ ਕਰਦੀ ਹੈ। ਕਿਸੇ ਵੀ ਪ੍ਰਕਾਰ ਦੀ ਵਾਰਤਕ ਵਿੱਚ 3 ਪੱਖ ਅਹਿਮ ਹੁੰਦੇ ਹਨ: ਵਿਚਾਰ, ਭਾਸ਼ਾ ਅਤੇ ਸ਼ੈਲੀ। ਵਿਚਾਰ ਦੇ ਪੱਖ ਤੋਂ ਪ੍ਰਭਜੋਤ ਕੌਰ ਦੀ ਵਾਰਤਕ ਇਸ ਗੱਲ ਉੱਤੇ ਖੜੀ ਹੈ ਕਿ ਉਸ ਜ਼ਿੰਦਗੀ ਦੇ ਕਿਹੜੇ ਤਲਖ ਅਤੇ ਖੁਸ਼ਨੁਮਾ ਪੜਾਵਾਂ ਵਿੱਚੋਂ ਲੰਘੀ ਜਿਨ੍ਹਾਂ ਨੇ ਉਸ ਨੂੰ ਪ੍ਰਭਜੋਤ ਕੌਰ ਬਣਾਇਆ। ਉਸ ਦੇ ਜੀਵਨ ਵੇਰਵੇ ਸਪਸ਼ਟ ਕਰਦੇ ਹਨ ਕਿ ਉਹ ਇੱਕ ਖਾਸ ਪਰਿਵਾਰ ਵਿੱਚ ਜਨਮੀ, ਜੋ ਆਰਥਿਕ ਤੇ ਸਮਾਜਿਕ ਪੱਖੋਂ ਚੰਗੇ ਦਰਜੇ ਦਾ ਸੀ, ਪਰ ਇੱਕ ਸਾਧਨ ਮੂਲਕ ਪਰਿਵਾਰ ਵਿੱਚ ਰਹਿੰਦਿਆਂ ਵੀ ਉਹ ਕਿੰਨਾਂ ਸਮੱਸਿਆਵਾਂ ਨਾਲ ਜੂਝੀ ਟਕਰਾਈ ਪਾਠਕ ਲਈ ਅਹਿਮ ਹੈ। ਕਿਸੇ ਲੇਖਕ ਦੀਆਂ ਰਚਨਾਵਾਂ ਦੇ ਪਿੱਛੇ ਕਿਹੜੀ ਧੁਨੀ ਕੰਮ ਕਰਦੀ ਹੈ, ਇਹ ਉਸ ਦੇ ਜੀਵਨ ਵੇਰਵੇ ਦੱਸਦੇ ਹਨ। ਲੇਖਕ ਆਪਣੀ ਜ਼ਿੰਦਗੀ ਦੇ ਕਿਹੜੇ ਪਲਾਂ ਨੂੰ ਕਿਸ ਦ੍ਰਿਸ਼ਟੀਕੋਣ ਤੋਂ ਦੇਖਦਾ ਹੈ, ਇਹ ਕਿਸੇ ਪਾਠਕ ਦੀ ਪਹੁੰਚ ਬਦਲਣ ਜਾਂ ਬਣਾਉਣ ਵਿੱਚ ਸਹਾਈ ਹੁੰਦੇ ਹਨ। ਪ੍ਰਭਜੋਤ ਕੌਰ ਦੇ ਜੀਵਨ ਵਿੱਚ ਆਈਆਂ ਸੁਹਾਵਣੀਆਂ ਰੁੱਤਾਂ, ਤਲਖੀਆਂ, ਕਸ਼ੀਦਗੀਆਂ ਦਾ ਬਿਰਤਾਂਤ ਉਸ ਦੀ ਵਾਰਤਕ ਨੂੰ ਠੋਸ ਬਣਾਉਂਦਾ ਹੈ। ਪਾਠਕ ਨੂੰ ਇਸ ਵਿੱਚੋਂ ਕੁਝ ਲੱਭਦਾ ਹੈ। ਉਸ ਵੱਲੋਂ ਛੋਟੀ ਉਮਰ ਵਿੱਚ ਲਿਖਣਾ ਅਤੇ ਲਿਖਣਾ ਆਰੰਭ ਕਰਨਾ ਤੇ ਅਨੇਕ ਪੁਸਤਕਾਂ ਦੀ ਰਚਨਾ ਕਰਨਾ ਆਪਣੇ ਆਪ ਵਿੱਚ ਜਾਣਨਯੋਗ ਮੁੱਦਾ ਹੈ। ਡਾਕਟਰ ਮਨਮੋਹਨ ਕੇਸਰ ਦੇ ਸ਼ਬਦਾਂ ਵਿੱਚ ਵਾਰਤਕ ਤੋਂ ਭਾਵ ਉਹ ਇਕਾਈ ਹੈ ਜਿਸ ਨੇ ਪਾਠਕ ਨੂੰ ਇੱਕ ਵਿਸ਼ੇਸ਼ ਤਰ੍ਹਾਂ ਦੇ ਵਾਯੂਮੰਡਲ ਦੀ ਸੈਰ ਕਰਾਉਣੀ ਹੁੰਦੀ ਹੈ। ਇਸ ਤੱਤ ਦੀ ਲੋਭ ਵਿੱਚ ਪ੍ਰਭਜੋਤ ਕੌਰ ਦੀ ਵਾਰਤਕ ਨੂੰ ਪੜ੍ਹਦਿਆਂ ਤੁਸੀਂ ਇੱਕ ਵੱਖਰੇ ਵਾਯੂਮੰਡਲ ਨੂੰ ਮਹਿਸੂਸ ਕਰਦੇ ਹੋ। ਉਸ ਦੀ ਵਾਰਤਕ ਉਸ ਦੇ ਜੀਵਨ ਅਨੁਭਵ ਵਿੱਚੋਂ ਨਿਕਲੀ ਹੈ, ਇਸ ਲਈ ਤੁਸੀਂ ਉਸ ਦੇ ਬਚਪਨ, ਜਵਾਨੀ, ਪੜ੍ਹਾਈ, ਸਿਰਜਣ ਪ੍ਰਕਿਰਿਆ, ਰਿਸ਼ਤਿਆਂ ਦੇ ਨਾਲ ਨਾਲ ਤੁਰਦੇ ਹੋ। ਉਸ ਦੀ ਜ਼ਿੰਦਗੀ ਵਿੱਚ ਆਏ ਪਾਤਰ ਕਿਸੇ ਕਹਾਣੀ ਦੇ ਪਾਤਰ ਵਾਂਗ ਵਿਕਾਸ ਕਰਦੇ ਹਨ, ਪਾਠਕ ਨਾਲ ਇੱਕ ਰਿਸ਼ਤਾ ਬਣਾਉਂਦੇ ਹਨ। ਦੂਸਰੇ ਪਾਤਰਾਂ ਦੀ ਨਜ਼ਰ ਤੋਂ ਵੀ ਤੁਸੀਂ ਪ੍ਰਭਜੋਤ ਕੌਰ ਦੇ ਪਾਤਰ ਨੂੰ ਦੇਖਦੇ ਹੋ। ਉਹ ਆਪਣੀ ਜ਼ਿੰਦਗੀ ਦੀਆਂ ਘਟਨਾਵਾਂ ਨੂੰ ਬਹੁਤ ਵਿਸਥਾਰ ਨਾਲ ਬਿਆਨਦੀ ਹੈ, ਇਸ ਲਈ ਪਾਠਕ ਉਸ ਵਾਯੂਮੰਡਲ ਦੇ ਹਰ ਪੱਖ ਨਾਲ ਪਰਿਪੂਰਨ ਰੂਪ ਵਿੱਚ ਜੁੜਦਾ ਹੈ। ਪ੍ਰਭਜੋਤ ਕੌਰ ਜਦੋਂ ਬਚਪਨ ਤੋਂ ਜਵਾਨੀ ਦੇ ਵੇਰਵੇ ਸਾਂਝੀ ਕਰਦੀ ਹੈ ਤਾਂ ਸ਼ਹਿਰਾਂ ਦੇ ਨਾਵਾਂ, ਥਾਵਾਂ, ਪਹਾੜੀਆਂ, ਝਰਨਿਆਂ ਬਾਰੇ ਖੁੱਲ੍ਹ ਕੇ ਲਿਖਦੀ ਹੈ। ਉਸ ਦਾ ਅਨੁਭਵ ਪਾਠਕ ਤੱਕ ਸੰਚਾਰਿਤ ਹੁੰਦਾ ਹੈ। ਸਵੈ ਜੀਵਨੀ ਸਾਹਿਤ ਦਾ ਮਹੱਤਵ ਇਸ ਕਰਕੇ ਵੀ ਹੁੰਦਾ ਹੈ ਕਿ ਇਹ ਆਪਣੇ ਸਮੇਂ ਦੇ ਇਤਿਹਾਸਕ, ਸਮਾਜਿਕ, ਸੱਭਿਆਚਾਰਕ ਦ੍ਰਿਸ਼ ਦੀ ਨਕਸ਼ ਨਿਗਾਰੀ ਕਰਦਾ ਹੈ। ਪੰਜਾਬੀ ਦੀਆਂ ਬਹੁਤ ਸਾਰੀਆਂ ਸਵੈ ਜੀਵਨੀਆਂ ਦੀ ਤਤਕਾਲੀ ਸਥਿਤੀਆਂ ਦਾ ਪ੍ਰਗਟਾਵਾ ਹਨ। ਪ੍ਰਭਜੋਤ ਕੌਰ ਦੀ ਸਵੈ ਜੀਵਨੀ ਦਾ ਕੈਨਵਸ ਲਗਭਗ 1930 ਤੋਂ ਆਰੰਭ ਹੁੰਦਾ ਹੈ। ਉਸ ਸਮੇਂ ਭਾਰਤ ਦੇ ਆਜ਼ਾਦੀ ਅੰਦੋਲਨ ਦੇ ਦ੍ਰਿਸ਼ ਵਿੱਚ ਬਹੁਤ ਕੁਝ ਵਾਪਰਦਾ ਹੈ, ਜਿਸ ਦਾ ਜ਼ਿਕਰ ਇਸ ਸਵੈ ਜੀਵਨੀ ਵਿੱਚ ਵੀ ਹੁੰਦਾ ਹੈ। ਜਦੋਂ ਕੋਈ ਲੇਖਕ ਇਹਨਾਂ ਪ੍ਰਸਥਿਤੀਆਂ ਨੂੰ ਆਪਣੇ ਸ਼ਬਦਾਂ 'ਚ ਬਿਆਨ ਕਰਦਾ ਹੈ ਤਾਂ ਸਾਡੇ ਸਾਹਮਣੇ ਨਵੇਂ ਪੱਖ ਉੱਭਰਦੇ ਹਨ। ਜਿਵੇਂ ਪ੍ਰਭਜੋਤ ਕੌਰ ਨੇ 1919 ਦੇ ਸਾਕੇ ਬਾਰੇ, ਲਾਲਾ ਲਾਜਪਤ ਰਾਏ ਦੀ ਸ਼ਹੀਦੀ ਬਾਰੇ, ਮਹਾਤਮਾ ਗਾਂਧੀ ਦੇ ਅੰਦੋਲਨਾਂ ਬਾਰੇ ਆਪਣਾ ਦ੍ਰਿਸ਼ਟੀਕੋਣ ਪੇਸ਼ ਕੀਤਾ। ਇਸੇ ਤਰ੍ਹਾਂ ਉਸ ਸਮੇਂ ਦੀ ਔਰਤ ਦੀ ਸਥਿਤੀ ਵੱਲ ਵੀ ਇਸ਼ਾਰਾ ਕਰਦੀ ਹੈ। ਇੰਝ ਹੀ ਸਾਹਿਤਕ ਸਰਗਰਮੀਆਂ ਬਾਰੇ ਵੀ ਕੁਝ ਘਟਨਾਵਾਂ ਸਾਂਝੀਆਂ ਕੀਤੀਆਂ ਹਨ। ਕਿੰਜੋ ਸਮਕਾਲੀ ਸਥਿਤੀਆਂ ਦਾ ਵਿਸ਼ਲੇਸ਼ਣ ਕਰਦੀ ਹੋਈ ਜਲਿਆਂਵਾਲੇ ਬਾਗ ਦੇ ਸਾਕੇ ਦੇ ਚਿਰਕਾਲੀ ਪ੍ਰਭਾਵ, ਮਹਾਤਮਾ ਗਾਂਧੀ ਦੀ ਅਹਿੰਸਾ ਲਹਿਰ, ਲਾਲਾ ਲਾਜਪਤ ਰਾਏ ਦੀ ਮੌਤ ਦੇ ਜੋਸ਼ੀਲੇ ਪਰਛਾਵੇਂ ਅਤੇ ਭਗਤ ਸਿੰਘ, ਰਾਜਗੁਰੂ ਸੁਖਦੇਵ ਦੀ ਸ਼ਹੀਦੀ ਦੇ ਗੁੱਸੇ ਨੂੰ ਪੰਜਾਬੀ ਲੋਕਾਂ ਦੀ ਚੇਤਨਾ ਵਿੱਚ ਮਹਿਸੂਸ ਕਰਦੀ ਹੈ। ਉਹ 47 ਦੀ ਵੰਡ ਸਮੇਂ ਬਣੇ ਸਹਿਮ ਦੇ ਮਾਹੌਲ ਦਾ ਵੀ ਜ਼ਿਕਰ ਕਰਦੀ ਹੈ। ਇਸੇ ਤਰ੍ਹਾਂ ਉਸ ਦੀ ਵਾਰਤਕ ਵਿੱਚ ਤਤਕਾਲੀ ਧਾਰਮਿਕ ਤੇ ਸਮਾਜਿਕ ਲਹਿਰਾਂ ਦੀਆਂ ਗਤੀਵਿਧੀਆਂ ਦਾ ਜ਼ਿਕਰ ਉਸ ਦੀ ਵਾਰਤਕ ਨੂੰ ਬਹੁਤ ਛਵੀ ਬਣਾ ਦਿੰਦਾ ਹੈ। ਪ੍ਰਭਜੋਤ ਕੌਰ ਆਪਣੀ ਵਾਰਤਕ ਵਿੱਚ ਆਪਣੀਆਂ ਜੀਵਨ ਘਟਨਾਵਾਂ ਨੂੰ ਬਿਆਨ ਹੀ ਨਹੀਂ ਕਰਦੀ, ਬਲਕਿ ਉਹਨਾਂ ਨੂੰ ਦਾਰਸ਼ਨਿਕ ਪਰਪੇਖ ਵਿੱਚ ਦੇਖਦੀ ਹੈ। ਇਹੀ ਕਾਰਨ ਹੈ ਕਿ ਉਸ ਦੀਆਂ ਜੀਵਨ ਘਟਨਾਵਾਂ ਦੀਆਂ 2 ਪੁਸਤਕਾਂ ਆਕਾਰ ਗ੍ਰਹਿਣ ਕਰਦੀਆਂ ਹਨ।
ਇਹਨਾਂ ਘਟਨਾਵਾਂ ਨੂੰ ਉਹ ਆਪਣੀਆਂ ਘਟਨਾਵਾਂ ਨੂੰ ਥਿਓਰਾਈਜ਼ ਕਰਦੀ ਹੈ। ਇਸ ਜੁਗਤ ਜਰੀਏ ਉਹ ਵਾਰਤਕ ਦਾ ਘੇਰਾ ਵਸੀਹ ਹੋ ਜਾਂਦਾ ਹੈ। ਉਸ ਦੀ ਵਾਰਤਕ ਦੇ ਅਨੇਕ ਵਰਗਾਂ ਨਾਲ ਜੁੜਦੀ ਹੈ, ਜਿਸ ਦਾ ਘਟਨਾ ਜ਼ਿਕਰ ਕਰਦੀ ਹੈ। ਉਸੇ ਨੂੰ ਹੀ ਉਹ ਦਾਰਸ਼ਨਿਕ ਪੁੱਠ ਦਿੰਦੀ ਹੈ। ਜਿਵੇਂ ਕਿ ਉਹ ਲਿਖਦੀ ਹੈ ਕਿ ਇਸਤਰੀ ਕੀ ਹੁੰਦੀ ਹੈ ਅਤੇ ਮਰਦ ਕੀ ਹੁੰਦਾ ਹੈ। ਜੀਵਨ ਦੇ ਦੋਵੇਂ ਪਹੀਏ ਹਨ, ਬੱਚੇ ਦੋਵੇਂ ਇਕੱਠੇ ਹੋ ਕੇ ਪੈਦਾ ਕਰਦੇ ਹਨ। ਜਵਾਨੀ ਵਿੱਚ ਰੂਪ ਕਿਉਂ ਚੜ੍ਹਦਾ ਹੈ ਤੇ ਹਰ ਰੋਜ਼ ਨਵੇਂ ਸੁਪਨੇ ਕਿਉਂ ਆਉਂਦੇ ਹਨ। ਇਸੇ ਤਰ੍ਹਾਂ ਇੱਕ ਥਾਂ ਉਹ ਭਾਈ ਰਣਧੀਰ ਸਿੰਘ ਦਾ ਜ਼ਿਕਰ ਕਰਦੇ ਹੋਏ, ਜਦੋਂ ਉਹ ਮੇਰੇ ਤੋਂ ਕਵਿਤਾ ਸੁਣਦੇ ਹਨ ਤਾਂ ਕਹਿੰਦੇ ਕਿ ਬੀਬੀ ਬਹੁਤ ਦੂਰ ਜਾਏਗੀ। ਉਦੋਂ ਮੈਂ ਸੋਚਦੀ ਸਾਂ ਕਿ ਕਿੱਥੇ ਜਾਵਾਂਗੀ ਮੈਂ, ਕਿੰਨੀ ਦੂਰ, ਇਹ ਦੂਰ ਕਿਹੋ ਜਿਹਾ ਹੋਏਗਾ। ਪਰ ਹੁਣ ਮੈਂ ਉਸ ਦੂਰ ਪਹੁੰਚ ਗਈ ਹਾਂ। ਕੋਈ ਸਵਾਲ ਬਾਕੀ ਨਹੀਂ, ਕੋਈ ਉਤਸੁਕਤਾ ਨਹੀਂ, ਕੋਈ ਉਤੇਜਨਾ ਨਹੀਂ, ਕੋਈ ਸ਼ੰਕਾ ਨਹੀਂ। ਇਸ ਤਰ੍ਹਾਂ ਦੇ ਵੇਰਵੇ ਉਸ ਦੀਆਂ ਚਾਰੇ ਵਾਰਤਕ ਰਚਨਾਵਾਂ 'ਚ ਮਿਲਦੇ ਹਨ, ਜੋ ਉਸ ਦੀ ਵਾਰਤਕ ਨੂੰ ਰੌਚਕ ਬਣਾਉਂਦੇ ਹਨ। ਜੀਣਾ ਵੀ ਇੱਕ ਅਦਾ ਭਾਗ ਪਹਿਲਾ ਦੇ ਪਹਿਲੇ 2 ਕਾਂਡ ਤਾਂ ਪੂਰੇ ਦੇ ਪੂਰੇ ਦਾਰਸ਼ਨਿਕ ਚੇਤਨਾ ਦੇ ਨਾਲ ਜੁੜੇ ਹੋਏ ਹਨ। ਪ੍ਰਭਜੋਤ ਕੌਰ ਦੀ ਵਾਰਤਕ ਦੀ ਪੁਣਛਾਣ ਲਈ ਉਸ ਦੀ ਵਾਰਤਕ ਦੇ ਕਲਾਤਮਿਕ ਵਿਸਥਾਰ ਨੂੰ ਦੇਖਣਾ ਬਣਦਾ ਹੈ। ਸਭ ਤੋਂ ਪਹਿਲੀ ਗੱਲ ਤਾਂ ਉਹ ਹੈ ਕਿ ਆਪਣੀ ਸਵੈ-ਜੀਵਨੀ ਕਾਵਿਕ ਟੁਕੜੀਆਂ ਨਾਲ ਸ਼ੁਰੂ ਕਰਦੀ ਹੈ। ਜੀਣਾ ਵੀ ਇੱਕ ਅਦਾ ਹੈ ਦੇ ਦੋਨੋਂ ਭਾਗ ਦੇ ਪਹਿਲੇ ਕਾਂਡ ਉਹ ਕਵਿਤਾ ਵਿੱਚ ਰਚਦੀ ਹੈ। ਇਸ ਵਿੱਚ ਕੋਈ ਜੀਵਨ ਵੇਰਵਾ ਜਾਂ ਘਟਨਾ ਨਹੀਂ, ਸਮੁੱਚੇ ਜੀਵਨ ਦਾ ਨਿਚੋੜ ਹੈ। ਇਹਨਾਂ ਨੂੰ ਪੜ੍ਹਦੇ ਲੱਗਦਾ ਹੈ ਜਿਵੇਂ ਕਿਸੇ ਰਚਨਾ ਦਾ ਮੰਗਲਾਚਰਨ ਪੜ੍ਹ ਰਹੇ ਹੋਈਏ। ਇਹ ਸਤਰਾਂ ਪੁਸਤਕ ਦੇ ਆਰੰਭ ਵਿੱਚ ਹੀ ਪਾਠਕ ਦੀ ਉਂਗਲੀ ਫੜ ਲੈਂਦੀਆਂ ਹਨ। ਜਿਵੇਂ ਕੁਝ ਸਤਰਾਂ ਨੇ ਕਿ ਅੱਜ ਮੈਂ ਸਾਰਾ ਭੇਦ ਖੋਲ੍ਹਣਾ ਹੈ, ਆਪਣੇ ਦੁੱਖ ਸੁੱਖ ਦਾ, ਆਸਾਂ ਨਿਰਾਸਤਾਵਾਂ ਦਾ, ਭੁੱਖਾਂ ਤੇ ਤੋਟਾਂ ਦਾ, ਆਪਣੇ ਸੁਪਨਿਆਂ ਦੀ ਟੁੱਟ ਭੱਜ ਦਾ, ਆਪਣੀ ਚੋਰ ਪਟਾਰੀ ਨੂੰ ਖੋਲ੍ਹ ਕੇ ਦੇਖਣਾ ਹੈ, ਅਪਣਾਉਣਾ ਹੈ ਤੇ ਉਸ ਵਿਚਲੇ ਰੰਗ ਬਿਰੰਗੇ ਧਾਗਿਆਂ ਦੀਆਂ ਗੰਢਾਂ ਖੋਲ੍ਹ ਕੇ ਸੁਲਝਾਉਣਾ ਹੈ। ਕਿਸੇ ਵਾਰਤਕ ਦਾ ਮੂਲ ਐਕਸਪ੍ਰੈਸ਼ਨ ਉਸ ਦੀ ਸ਼ੈਲੀ ਅਤੇ ਭਾਸ਼ਾ ਹੁੰਦਾ ਹੈ। ਸ਼ੈਲੀ ਹੀ ਆਮ ਗੱਲਬਾਤ ਨੂੰ ਵਿਸ਼ੇਸ਼ ਪ੍ਰਭਾਵਸ਼ਾਲੀ ਤੇ ਰੌਚਕ ਬਣਾਉਂਦੀ ਹੈ। ਸ਼ੈਲੀ ਨਾਲ ਹੀ ਭਾਸ਼ਾ ਇੱਕ ਸਾਹਿਤਕ ਭਾਸ਼ਾ ਵਿੱਚ ਢਲ ਜਾਂਦੀ ਹੈ। ਖੂਬਸੂਰਤ ਸ਼ੈਲੀ ਉਹ ਹੈ ਜੋ ਕਿਸੇ ਰਚਨਾ ਦੀ ਆਤਮਾ ਬਣ ਜਾਂਦੀ ਹੈ। ਲੇਖਕ ਦੀ ਪ੍ਰਤਿਭਾ, ਅਨੁਭਵ ਤੇ ਭਾਸ਼ਾ ਯੋਗਤਾ ਇਸ ਵਿੱਚ ਕੰਮ ਕਰਦੇ ਹਨ। ਕਾਰਲਾਈਲ ਨੇ ਸ਼ੈਲੀ ਬਾਰੇ ਲਿਖਿਆ ਹੈ ਕਿ ਸਟਾਈਲ ਇਜ਼ ਨਾਟ ਦਾ ਕੋਟ ਆਫ ਰਾਈਟਰ ਬਟ ਹਿਜ਼ ਸਕਿਨ। ਲਿਖਤ ਵਿੱਚ ਸ਼ੈਲੀ ਦੀ ਬਿਊਟੀ ਨੂੰ ਵੱਖ-ਵੱਖ ਤਰ੍ਹਾਂ ਦੇਖਿਆ ਜਾ ਸਕਦਾ ਹੈ। ਉਦਾਹਰਨ ਵਜੋਂ ਸ਼ੈਲੀ ਨੂੰ ਡਾਕਟਰ ਸਤਿੰਦਰ ਸਿੰਘ 3 ਵਰਗਾਂ ਵਿੱਚ ਵੰਡਦੇ ਹਨ। ਪਹਿਲਾ, ਲੇਖਕ ਦਾ ਵਿਅਕਤੀਗਤ ਪ੍ਰਗਟਾਓ ਢੰਗ। ਦੂਸਰਾ, ਇਹ ਵਿਚਾਰਾਂ ਦੀ ਤਰਤੀਬ ਤੇ ਸਰਲ ਤੇ ਸਪਸ਼ਟ ਪ੍ਰਗਟਾਓ। ਤੇ ਤੀਸਰਾ, ਸ਼ੈਲੀ ਨਿੱਜੀ ਗੁਣਾਂ ਤੋਂ ਉੱਪਰ ਉੱਠ ਕੇ ਵਿਆਪਕ ਗੁਣਾਂ ਦੀ ਧਾਰਨੀ ਹੋ ਜਾਂਦੀ ਹੈ। ਇਹਨਾਂ ਤਿੰਨਾਂ ਨੁਕਤਿਆਂ ਦੀ ਲੋਅ ਵਿੱਚ ਪ੍ਰਭਜੋਤ ਕੌਰ ਦੀ ਵਾਰਤਕ ਪੜ੍ਹਦੇ ਇੱਕ ਗੱਲ ਤਾਂ ਸਪਸ਼ਟ ਹੁੰਦੀ ਹੈ ਕਿ ਇਹ ਵਾਰਤਕ ਇੱਕ ਕਵੀ ਦੀ ਲਿਖੀ ਹੋਈ ਵਾਰਤਕ ਹੈ। ਅਕਸਰ ਇਹ ਕਿਹਾ ਜਾਂਦਾ ਹੈ ਕਿ ਵਾਰਤਕ ਵਿੱਚ ਕਾਵਿਕ ਅੰਸ਼ ਇਸ ਨੂੰ ਖੂਬਸੂਰਤ ਬਣਾ ਦਿੰਦੇ ਹਨ, ਪਰ ਜਦੋਂ ਇੱਕ ਕਵੀ ਵਾਰਤਕ ਲਿਖਦਾ ਹੈ ਤੇ ਇਹ ਅੰਸ਼ ਸੁੱਤੇ ਸਿੱਧ ਹੀ ਉਸ ਦੀ ਵਾਰਤਕ ਵਿੱਚ ਪ੍ਰਵੇਸ਼ ਕਰ ਜਾਂਦੇ ਹਨ। ਪ੍ਰਭਜੋਤ ਕੌਰ ਦੀ ਵਾਰਤਕ ਥਾਂ ਪੁਰ ਥਾਂ ਕਾਵਿਕ ਵਾਰਤਕ ਵਿੱਚ ਢਲਦੀ ਹੈ। ਇਸ ਪੱਖੋਂ ਉਸ ਦੀ ਵਾਰਤਕ ਰਚਨਾ ਮੇਰੀ ਸਾਹਿਤਕ ਸਵੈ ਜੀਵਨੀ ਦੇ ਪਹਿਲਾ ਪੰਨਾ ਹੀ ਦੇਖਿਆ ਜਾ ਸਕਦਾ ਹੈ। ਉਸ ਵਿੱਚੋਂ ਮੈਂ ਕੁਝ ਕੋਟ ਕੀਤਾ ਹੋਇਆ ਮੈਂ ਛੱਡ ਰਿਹਾ। ਪ੍ਰਭਜੋਤ ਕੌਰ ਆਪਣੀ ਵਾਰਤਕ ਵਿੱਚ ਸਿਰਫ ਕਾਵਿਕ ਸ਼ੈਲੀ ਦੀ ਵਰਤੋਂ ਹੀ ਨਹੀਂ ਕਰਦੀ, ਬਲਕਿ ਉਹ ਜੀਵਨ ਪ੍ਰਸੰਗਾਂ ਨੂੰ ਕਾਵ ਟੁਕੜੀਆਂ ਦੇ ਹਵਾਲੇ ਨਾਲ ਪੇਸ਼ ਕਰਦੀ ਹੈ। ਉਹ ਆਪਣੀ ਗੱਲ ਕਹਿੰਦੀ ਹੈ ਤੇ ਫਿਰ ਕੁਝ ਕਾਵ ਸਤਰਾਂ ਨਾਲ ਉਸ ਨੂੰ ਹੋਰ ਪਰਪੱਕ ਕਰਦੀ ਹੈ। ਇੰਝ ਉਹ ਪਾਠਕ ਨੂੰ ਭਾਵਨਾਤਮਕ ਪਸਾਰ ਵਿੱਚ ਬੰਨ੍ਹ ਲੈਂਦੀ ਹੈ। ਪ੍ਰਭਜੋਤ ਕੌਰ ਆਪਣੀ ਵਾਰਤਕ ਵਿੱਚ ਪ੍ਰਸ਼ਨੋਤਰੀ ਵਿਧੀ ਦੀ ਵਰਤੋਂ ਬਹੁਤ ਕਰਦੀ ਹੈ। ਉਹ ਸਥਿਤੀਆਂ ਨੂੰ, ਸਮੇਂ ਨੂੰ, ਆਪਣੇ ਆਪ ਨੂੰ ਅਨੇਕ ਸਵਾਲ ਕਰਦੀ ਹੈ। ਇਹ ਸਵਾਲ ਉਸ ਦੀ ਰਚਨਾ ਵਿੱਚੋਂ ਨਿਕਲ ਕੇ ਲੋਕਾਈ ਦੇ ਸਵਾਲ ਬਣ ਜਾਂਦੇ ਹਨ। ਆਧੁਨਿਕ ਮਨੁੱਖ ਜੋ ਨਿਰੀਆਂ ਉਲਝਣਾਂ ਵਿੱਚ ਘਿਰਿਆ ਹੋਇਆ ਹੈ, ਇਹਨਾਂ ਸਵਾਲਾਂ ਨੂੰ ਆਪਣੇ ਸਨਮੁਖ ਦੇਖਦਾ ਹੈ। ਖੁਦ ਉਹਨਾਂ ਦਾ ਉੱਤਰ ਲੱਭਣ ਲਈ ਅਗਰਸਰ ਹੁੰਦਾ ਹੈ। ਜਿਵੇਂ ਉਹ ਲਿਖਦੀ ਹੈ ਕਿ ਮੈਂ ਕੌਣ ਹਾਂ, ਮੈਂ ਕੀ ਹਾਂ, ਮੈਂ ਕਿਉਂ ਹਾਂ, ਮੈਂ ਕਿੱਥੇ ਹਾਂ, ਮੈਂ ਕਿਉਂ ਜਿਉਂਦੀ ਹਾਂ, ਮੇਰੀ ਮੈਂ ਦਾ ਕੀ ਮੰਤਵ ਹੈ। ਪ੍ਰਭਜੋਤ ਕੌਰ ਆਪਣੀ ਵਾਰਤਕ ਵਿੱਚ ਅਨੇਕ ਬਿੰਬ ਵਰਤੀ ਹੈ, ਪਰ ਉਸਦੇ ਵਧੇਰੇ ਬਿੰਬ ਪੰਜਾਬੀ ਦੀਆਂ ਪ੍ਰੀਤ ਕਥਾਵਾਂ ਵਿੱਚ ਆਉਂਦੇ ਹਨ। ਉਹ ਇੱਕ ਸਫਲ ਲੇਖਕ ਹੈ, ਪਰ ਕੁਝ ਅਸਫਲਤਾਵਾਂ ਨੂੰ ਸਾਹਮਣੇ ਖੜਾ ਦੇਖਦੀ ਹੈ। ਉਹ ਆਪਣੀ ਹੋਂਦ ਦੀ ਤੁਲਨਾ ਪ੍ਰੀਤ ਕਥਾਵਾਂ ਦੇ ਪਾਤਰਾਂ ਨਾਲ ਕਰਦੀ ਹੈ। ਉਹ ਇਸ ਉਲਝਣ ਵਿੱਚ ਹੈ ਕਿ ਉਹ ਕਿਸ ਕਥਾ ਦੀ ਪਾਤਰ ਹੈ। ਇਸੇ ਜਿਵੇਂ ਕਿ ਇਹ ਸਤਰਾਂ ਨੇ ਕਿ ਜਾਂ ਕਿ ਮੈਂ ਸੋਹਣੀ ਸਾਂ, ਮਹੀਵਾਲ ਲਈ ਕੱਚੇ ਘੜੇ ਨੂੰ ਸਹਾਰਾ ਬਣਾ ਸ਼ੂਕ ਦੀ ਨਦੀ ਵਿੱਚ ਠਿੱਲ ਪਈ ਸਾਂ, ਕਿ ਮੈਂ ਲੈਲਾ ਮਹਿਲਾਂ ਵਿੱਚ ਬੰਦ ਆਪਣੇ ਕੇਸ ਲਈ ਤੜਪ ਰਹੀ ਸਾਂ, ਜਾਂ ਕਿ ਮੈਂ ਸੱਸੀ ਪੁੰਨੂ ਨੂੰ ਢੂੰਡਦੀ ਰੇਤ ਨਾਲ ਬਲ ਪੈ ਰਹੀ ਸਾਂ। ਇਸੇ ਤਰ੍ਹਾਂ ਵਾਰਤਕੀ ਨਿਭਾਅ ਵਿੱਚ ਪ੍ਰਭਜੋਤ ਕੌਰ ਬਿਰਤਾਂਤਕ ਵਿਖਿਆਤਮਕ ਸ਼ੈਲੀ ਦੀ ਵਰਤੋਂ ਕਰਦੀ ਹੈ। ਉਹ ਢੁਕਵੀਂ ਅਲੰਕਾਰਕ ਭਾਸ਼ਾ ਵਿੱਚ ਗੱਲ ਕਰਦੀ ਹੈ। ਉਹ ਇੰਜੋ ਸੁਚੱਜੇ ਢੰਗ ਨਾਲ ਆਪਣੀ ਸਵੈ ਜੀਵਨੀ, ਸਾਹਿਤਕ ਸਵੈ ਜੀਵਨੀ ਤੇ ਕਾਵ ਅਨੁਭਵਾਂ ਨੂੰ ਲੜੀਬੱਧ ਕਰਦੀ ਹੈ। ਉਹ ਸਵੈ ਜੀਵਨੀ ਨੂੰ ਕਾਂਡਾਂ ਵਿੱਚ ਵੰਡਦੀ ਹੈ, ਪਰ ਸਾਹਿਤਕ ਸਵੈ ਜੀਵਨੀ ਦੇ ਨੂੰ ਅਧਿਆਵਾਂ ਉਹਨਾਂ ਨੂੰ ਸਿਰਲੇਖ ਦਿੰਦੀ ਹੈ ਅਤੇ ਕਾਵ ਕਲਾ ਦੇ ਬਹੁਤ ਸਾਰੇ ਸਿਰਲੇਖ ਉਸ ਦੀਆਂ ਕਾਵ ਪੁਸਤਕਾਂ ਵਾਲੇ ਹਨ। ਸਿਰਲੇਖ ਪੜ੍ਹਦਿਆਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਜਿਹੜਾ ਵੇਰਵਾ ਹੈ ਉਸ ਦੀ ਇਸ ਪੁਸਤਕ ਦੇ ਨਾਲ ਹੈ।
ਮੇਰੀ ਸਾਹਿਤਕ ਸਵੈਜੀਵਨੀ ਵਿੱਚੋਂ ਨਿਰੋਲ ਘਟਨਾਵਾਂ ਦੇ ਵੇਰਵੇ ਦੇ ਕੇ ਸਪਸ਼ਟ ਕਰਦੀ ਹੈ ਕਿ ਕਿਹੜੀ ਰਚਨਾ ਕਦੋਂ ਤੇ ਕਿੰਨਾਂ ਸਥਿਤੀਆਂ ਵਿੱਚ ਲਿਖੇਗੀ। ਪਰ ਸਵੈਜੀਵਨੀ ਲਿਖਣ ਸਮੇਂ ਉਹ ਸਿਰਫ ਘਟਨਾਵਾਂ ਹੀ ਸਾਂਝੀਆਂ ਨਹੀਂ ਕਰਦੀ, ਬਲਕਿ ਉਹਨਾਂ ਘਟਨਾਵਾਂ ਦੇ ਦੂਸਰੇ ਪਾਸੇ ਪਈਆਂ ਖਾਮੋਸ਼ੀਆਂ ਵੱਲ ਵੀ ਇਸ਼ਾਰਾ ਕਰਦੀ ਹੈ। ਇੰਜ ਉਸ ਦੀ ਵਾਰਤਕ ਸਿਰਫ ਡਾਟਾ ਹੀ ਨਹੀਂ ਦਿੰਦੀ, ਬਲਕਿ ਸਾਹਿਤਕ ਸੋਝ ਵੀ ਪ੍ਰਦਾਨ ਕਰਦੀ ਹੈ। ਵਾਰਤਕ ਕੋਈ ਗਲਪ ਰਚਨਾ ਨਹੀਂ ਜਿਸ ਵਿੱਚ ਕੋਈ ਕਥਾ ਬਿਰਤਾਂਤ ਘੜਿਆ ਜਾਂਦਾ ਹੈ। ਇਹ ਕਾਲਪਨਿਕ ਘਟਨਾਵਾਂ ਦਾ ਵੇਰਵਾ ਵੀ ਨਹੀਂ ਕਿ ਤੁਸੀਂ ਮਰਜ਼ੀ ਦੇ ਪਾਤਰ ਪਾ ਕੇ ਇਸ ਨੂੰ ਸੁਆਦਲਾ ਬਣਾ ਦੇਵੋ। ਅਸਲ ਵਿੱਚ ਵਾਰਤਕ ਵਿੱਚ ਰੌਚਕਤਾ ਬਣਾਈ ਰੱਖਣ ਲਈ ਲੇਖਕ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਕਵਿਤਾ ਵਿੱਚ ਛੰਦ, ਬਿੰਬ ਅਤੇ ਅਲੰਕਾਰ ਕਵਿਤਾ ਨੂੰ ਰੌਚਕ ਬਣਾ ਦਿੰਦੇ ਹਨ। ਗਲਪ ਵਿੱਚ ਕਥਾ ਦੇ ਦਿਲਚਸਪ ਵੇਰਵੇ ਪਾਠਕ ਦੀ ਰੁਚੀ ਨੂੰ ਬੰਨ੍ਹੀ ਰੱਖਦੇ ਹਨ। ਨਾਟਕ ਇੱਕ ਦਰਸ਼ਨੀ ਮਾਧਿਅਮ ਹੈ। ਵੱਖ-ਵੱਖ ਭੇਸਾਂ ਅਤੇ ਰੂਪਾਂ ਵਿੱਚ ਨਾਟਕ ਦੇ ਪਾਤਰ ਮੰਚ ਉੱਤੇ ਉਪਸਥਿਤ ਹੁੰਦੇ ਹਨ। ਉਹ ਆਪਣੀ ਬੋਲਬਾਣੀ ਤੇ ਆਚਾਰ ਵਿਹਾਰ ਨਾਲ ਦਰਸ਼ਕਾਂ ਦੇ ਧਿਆਨ ਨੂੰ ਖਿੱਚੀ ਰੱਖਦੇ ਹਨ। ਪਰ ਇੱਕ ਵਾਰਤਕਾਰ ਪਾਸ ਇਹਨਾਂ ਵਿੱਚੋਂ ਕੋਈ ਹਥਿਆਰ ਨਹੀਂ ਹੁੰਦਾ। ਉਸ ਨੂੰ ਬਿਨਾਂ ਕਿਸੇ ਹਥਿਆਰ ਦੇ ਨੰਗੇ ਧੜ ਲੜਨਾ ਪੈਂਦਾ ਹੈ। ਨਵੀਆਂ ਵਾਰਤਕ ਜੁਗਤਾਂ ਘੜਨੀਆਂ ਪੈਂਦੀਆਂ ਹਨ ਤਾਂ ਕਿ ਪਾਠਕ ਦੀ ਦਿਲਚਸਪੀ ਬਣੀ ਰਹੇ। ਵਿਸ਼ੇਸ਼ ਕਰ ਜਦੋਂ ਵਾਰਤਕ ਸਵੈ ਮੂਲਕ ਹੋਵੇ। ਕੋਈ ਪਾਠਕ ਕਿਸੇ ਲੇਖਕ ਦੇ ਜੀਵਨ ਵੇਰਵਿਆਂ ਨਾਲ ਕਿਉਂ ਜੁੜਨਾ ਚਾਹੇਗਾ? ਇਸ ਪ੍ਰਸੰਗ ਵਿੱਚ ਪ੍ਰਭਜੋਤ ਕੌਰ ਬਹੁਤ ਸਾਰੀਆਂ ਜੁਗਤਾਂ ਜ਼ਰੀਏ ਆਪਣੀ ਵਾਰਤਕ ਨੂੰ ਰੌਚਕ ਬਣਾਉਂਦੀ ਹੈ। ਪਹਿਲੀ ਜੁਗਤ ਉਸ ਦੀ ਸ਼ਬਦ ਚੋਣ ਹੈ। ਉਹ ਸ਼ਬਦ ਚੋਣ ਸਮੇਂ ਪੂਰਨ ਸੁਚੇਤ ਰਹਿੰਦੀ ਹੈ। ਉਸ ਦੀ ਸ਼ਬਦਾਵਲੀ ਟਕਸਾਲੀ ਪੰਜਾਬੀ ਦੇ ਬਹੁਤ ਨੇੜੇ ਹੈ। ਉਸ ਦਾ ਵਧੇਰੇ ਜੀਵਨ ਸ਼ਹਿਰਾਂ ਦੇ ਹੋਰ ਵੱਖ-ਵੱਖ ਥਾਵਾਂ 'ਤੇ ਬੀਤਿਆ, ਇਸ ਲਈ ਉਸ ਕੋਲ ਠੇਠ ਸ਼ਬਦਾਵਲੀ ਦਾ ਭੰਡਾਰ ਨਹੀਂ, ਪਰ ਕਵਿੱਤਰੀ ਹੋਣ ਕਰਕੇ ਉਹ ਸ਼ਬਦਾਂ ਵਿੱਚੋਂ ਭਾਵ ਪੈਦਾ ਕਰਨਾ ਜਾਣਦੀ ਹੈ। ਇੰਝ ਹੀ ਵਾਕ ਬਣਤਰ ਪੱਖੋਂ ਉਸ ਦੀ ਵਾਰਤਕ ਬਹੁਤ ਚੁਸਤ ਹੈ। ਵਾਕਾਂ ਵਿੱਚ ਕਿਤੇ ਉਕਾਊਪਣ, ਲਮਕਾ ਜਾਂ ਬੇਲੋੜਾ ਵਿਸਥਾਰ ਨਹੀਂ। ਇੱਕ ਰਵਾਨੀ ਹੈ ਜੋ ਕਵਿਤਾ ਦੀ ਲੈ ਵਾਂਗ ਚੱਲਦੀ ਹੈ ਤੇ ਹੌਲੀ-ਹੌਲੀ ਇਹ ਲੈ ਹੋਰ ਡੂੰਘੀ ਤੇ ਗਹਿਰੀ ਹੁੰਦੀ ਜਾਂਦੀ ਹੈ। ਇੰਝ ਉਹ ਆਪਣੀ ਗੱਲ ਕਹਿਣ ਲੱਗਿਆ ਸਿਰਫ ਇੱਕ ਵਾਕ ਵਿੱਚ ਹੀ ਆਪਣੀ ਗੱਲ ਨਹੀਂ ਕਹਿੰਦੀ, ਬਲਕਿ ਮਿਸ਼ਰਤ ਤੇ ਸੰਯੁਕਤ ਵਾਕ ਦੇ ਰੂਪ ਵਿੱਚ ਉਸ ਵਾਕ ਨੂੰ ਸੁਆਦਲਾ ਬਣਾ ਲੈਂਦੀ ਹੈ। ਜਿਵੇਂ ਫਰਕ ਹੁਣ ਵੀ ਕੁਝ ਨਹੀਂ ਪਿਆ, ਮੈਂ ਹਰ ਭਾਵ ਨੂੰ ਜਿਉਂਦੀ ਹਾਂ, ਹਰ ਅਹਿਸਾਸ ਨੂੰ ਹੰਡਾਉਂਦੀ ਹਾਂ, ਹਰ ਪੀੜ ਨੂੰ ਜਰਦੀ ਹਾਂ, ਹਰ ਤਾਂਘ ਨਾਲ ਤਰਸਦੀ ਹਾਂ, ਹਰ ਸੁਪਨੇ ਨਾਲ ਜਾਗਦੀ ਹਾਂ, ਹਰ ਉਡੀਕ ਨੂੰ ਤੜਪਦੀ ਹਾਂ। ਚੇਤਨ ਤੌਰ ਉੱਤੇ ਕਵਿਤਾ ਰਚਦੀ ਹੋਈ ਵੀ ਮੈਂ ਰਚਨਾਤਮਕ ਕਰਮ ਸੁਭਾਵਿਕ ਹੈ, ਸਹਿਜ ਹੈ, ਆਪ ਮੁਹਾਰੇ ਹੈ। ਇਸ ਪ੍ਰਸੰਗ ਵਿੱਚ ਉਸ ਦੀ ਵਾਰਤਕ ਵਿੱਚ ਭਾਰਤੀ ਕਾਵਿ ਪਰੰਪਰਾ ਅਨੁਸਾਰ ਮਧੁਰਤਾ ਦਾ ਗੁਣ ਹੈ। ਪ੍ਰਭਜੋਤ ਕੌਰ ਦੀ ਵਾਕ ਬਣਤਰ ਦੀ ਮਧੁਰਤਾ ਮਨ 'ਤੇ ਅਸਰ ਕਰਦੀ ਹੈ ਤੇ ਆਨੰਦਦਾਇਕ ਹੈ। ਉਸ ਦੀ ਵਾਰਤਕ ਵਿੱਚ ਓਜ ਦੀ ਕੋਈ ਥਾਂ ਨਹੀਂ ਹੈ। ਉਸ ਦੀ ਵਾਰਤਕ ਨੂੰ ਪੜ੍ਹਦਿਆਂ ਉਸ ਦੇ ਸ਼ਬਦਾਂ ਦੀ ਕੋਮਲਤਾ ਮਹਿਸੂਸ ਹੁੰਦੀ ਹੈ। ਭਾਵੇਂ ਉਸ ਦੀ ਜ਼ਿੰਦਗੀ ਵਿੱਚ ਅਨੇਕ ਵਿਸੰਗਤੀਆਂ ਤੇ ਕਸ਼ੀਦਗੀਆਂ ਹਨ, ਪਰ ਉਹ ਲਾਂਭਾ ਕਿਤੇ ਨਹੀਂ ਹੈ, ਖਰਮੀ ਭਾਸ਼ਾ ਕਿਤੇ ਵੀ ਨਹੀਂ ਹੈ। ਪ੍ਰਭਜੋਤ ਕੌਰ ਦੀ ਵਾਰਤਕ ਵਿੱਚ ਸੱਭਿਆਚਾਰ ਨਾਲ ਸੰਬੰਧਿਤ ਅਨੇਕ ਵੇਰਵੇ ਹਨ। ਸੱਭਿਆਚਾਰਕ ਵੇਰਵੇ ਕਿਸੇ ਰਚਨਾ 'ਚ ਲੋਕ ਮੁਹਾਵਰਾ ਉਤਪੰਨ ਕਰਦੇ ਹਨ, ਪਾਠਕ ਨਾਲ ਸਾਂਝ ਸਥਾਪਿਤ ਕਰਦੇ ਹਨ। ਜਦੋਂ ਪਾਠਕ ਤੇ ਲੇਖਕ ਇੱਕ ਹੀ ਸੱਭਿਆਚਾਰਕ ਲੋਕੇਸ਼ਨ 'ਤੇ ਵਿਚਰਦੇ ਹਨ ਜਾਂ ਇਕੱਠੇ ਹੋ ਜਾਂਦੇ ਹਨ ਤਾਂ ਇਹਨਾਂ ਵਿਚਲੀ ਸਾਂਝ ਗੂੜ੍ਹੀ ਹੋ ਜਾਂਦੀ ਹੈ। ਪਾਠਕ ਉਸ ਸੱਭਿਆਚਾਰਕ ਧਰਾਤਲ ਦੇ ਮਾਇਨੇ ਕੱਢਦਾ ਤੇ ਸੋਚਦਾ ਹੈ। ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਪ੍ਰਭਜੋਤ ਕੌਰ ਆਪਣੀਆਂ ਮਾਨਸਿਕ ਸਥਿਤੀਆਂ ਦੀ ਵਿਆਖਿਆ ਲਈ ਲੋਕ ਥਾਵਾਂ ਦੇ ਪਾਤਰਾਂ ਦਾ ਸਹਾਰਾ ਲੈਂਦੀ ਹੈ। ਉਹ ਆਪਣੀ ਕਾਵਿ ਰਚਨਾਵਾਂ ਵਿੱਚ ਲੋਕ ਕਾਵਿ ਨੂੰ ਉਦਾਹਰ ਬਣਾਉਂਦੀ ਹੈ। ਉਸ ਦਾ ਬਚਪਨ ਪਿੰਡ ਵਿੱਚ ਬੀਤਿਆ, ਪਿੰਡ ਦੀ ਰਹਿਤਲ ਉਸ ਦੇ ਨਾਲ ਤੁਰਦੀ ਹੈ, ਉਸ ਰਹਿਤਲ ਵਿੱਚ ਪਏ ਸਕੂਨ ਦੀ ਗੱਲ ਕਰਦੀ ਹੈ, ਸੱਭਿਆਚਾਰਕ ਤੰਦਾਂ ਵਿੱਚ ਪਏ ਸਾਂਝ ਨੂੰ ਉਲੀਕਦੀ ਹੈ। ਜਿਵੇਂ ਆਪਣੀ ਸਵੈਜੀਵਨੀ ਵਿੱਚ ਆਪਣੇ ਪਰਿਵਾਰਕ ਪੈਂਠ ਦੇ ਵੇਰਵੇ ਦਿੰਦੀ ਹੈ ਕਿ ਕਿਵੇਂ ਉਸ ਦੇ ਪੜਦਾਦੇ ਦਾ ਦਰਬਾਰ ਲੱਗਦਾ ਸੀ, ਉਸ ਪਿੰਡ ਦੇ ਫੈਸਲੇ ਕਰਦਾ ਸੀ। ਉਹ ਹਵੇਲੀ ਦਾ ਜ਼ਿਕਰ ਕਰਦੀ ਹੈ। ਇੱਕ ਹੋਰ ਥਾਂ ਉਹ ਪਿੰਡ ਦੇ ਰੋਮਾਂਸ ਨੂੰ ਬਿਆਨਦੀ ਹੈ। ਜਿਵੇਂ ਉਹ ਲਿਖਦੀ ਹੈ ਕਿ ਮੈਂ ਪਿੰਡ ਭੁਲਾਇਆ ਨਹੀਂ ਭੁੱਲਦਾ। ਇੱਥੇ ਵਾਤਾਵਰਨ ਤੇ ਰਹਿਣ ਸਹਿਣ ਸਾਡੇ ਛਾਵਣੀ ਦੇ ਰਹਿਣ ਸਹਿਣ ਦੇ ਵਾਤਾਵਰਨ ਨਾਲੋਂ ਬਿਲਕੁਲ ਭਿੰਨ ਸੀ। ਇੱਥੇ ਪ੍ਰਭਾਤ ਦਾ ਸਮਾਂ ਬੜਾ ਸੁੰਦਰ ਸੀ। ਭਾਵੇਂ ਸਾਰੇ ਹੀ ਲੋਕ ਕੰਮਾਂ 'ਤੇ ਜਾਂਦੇ, ਪਰ ਕੋਈ ਭੱਜ ਨੱਠ ਦੌੜ ਨਹੀਂ ਸੀ ਦਿਸਦੀ। ਖੇਤਾਂ ਵੱਲ ਜਾਂਦੇ ਬੈਲ ਦੀਆਂ ਟੱਲੀਆਂ ਦਾ ਸੰਗੀਤ ਪਾਉਣ ਵਿੱਚ ਘੁਲ ਜਾਂਦਾ। ਗੁਰਦੁਆਰੇ 'ਚ ਹੁੰਦੇ ਕੀਰਤਨ ਦੀ ਸੁਰ ਭਾਵੇਂ ਕਿੱਥੇ ਹੋਵੇ ਕੰਨਾਂ 'ਚ ਪੈਂਦੀ ਰਹਿੰਦੀ। ਤੀਵੀਆਂ ਜਦ ਰਿੜਕੇ ਪਾਉਂਦੀਆਂ ਤਾਂ ਮਧਾਣੀ ਦਾ ਵੀ ਇੱਕ ਸੰਗੀਤ ਗੂੰਜਦਾ ਤੇ ਨਾਲ ਹੀ ਸਵਾਣੀਆਂ ਹੌਲੀ-ਹੌਲੀ ਪਾਠ ਕਰਦੀਆਂ। ਕਿੰਨਾ ਸ਼ਾਂਤਮਈ ਮਾਹੌਲ ਸੀ। ਪ੍ਰਭਜੋਤ ਕੌਰ ਨੂੰ ਆਪਣੀ ਵਾਰਤਕ ਵਿੱਚ ਉਤਸੁਕਤਾ ਭਰਨੀ ਹੁੰਦੀ ਹੈ ਕਿਉਂਕਿ ਉਹ ਇਸ ਪੱਖੋਂ ਸੁਚੇਤ ਹੈ ਕਿ ਸਵੈ ਮੂਲਕ ਵਾਰਤਕ ਤਾਂ ਖੜੀ ਹੀ ਉਤਸੁਕਤਾ 'ਤੇ ਹੈ। ਕੋਈ ਲੇਖਕ ਜਦੋਂ ਆਪਣੇ ਖੇਤਰ ਵਿੱਚ ਇੱਕ ਮੁਕਾਮ 'ਤੇ ਹੁੰਦਾ ਹੈ ਤਾਂ ਪਾਠਕ ਉਸ ਦੇ ਜੀਵਨ, ਉਸ ਦੀ ਸਿਰਜਣ ਪ੍ਰਕਿਰਿਆ ਨੂੰ ਨੇੜਿਓਂ ਪੜ੍ਹਨਾ ਸੁਣਨਾ ਜਾਣਦੇ ਹਨ। ਜਦੋਂ ਕਿ ਲੇਖਕ ਆਪਣੇ ਅਨੁਭਵ ਨੂੰ ਪਾਠਕਾਂ ਦੇ ਨਾਲ ਸਾਂਝੇ ਕਰਨਾ ਚਾਹੁੰਦਾ ਹੈ। ਪ੍ਰਭਜੋਤ ਕੌਰ ਆਪਣੀ ਵਾਰਤਕ ਰਚਨਾਵਾਂ ਉਸ ਸਵਾਲ ਨਾਲ ਆਰੰਭ ਕਰਦੀ ਹੈ ਕਿ ਮੈਂ ਇਹ ਰਚਨਾਵਾਂ ਕਿਉਂ ਲਿਖ ਰਹੀ ਹਾਂ। ਜਿਵੇਂ ਪਹਿਲਾਂ ਹੀ ਗੱਲ ਕੀਤੀ ਕਿ ਉਹ ਆਪਣੀ ਗੱਲ ਨੂੰ ਦਾਰਸ਼ਨਿਕ ਪੁੱਠ ਦੇ ਦਿੰਦੀ ਹੈ, ਉਸ ਨੂੰ ਖੁਸ਼ਕ ਨਹੀਂ ਰਹਿਣ ਦਿੰਦੀ। ਉਸ ਦੇ ਦਰਸ਼ਨ ਵਿੱਚ ਕਈ ਸਵਾਲ ਪੈਦਾ ਹੁੰਦੇ ਹਨ, ਕਈ ਜਵਾਬ ਪਏ ਹੁੰਦੇ ਹਨ। ਪਾਠਕ ਉਸ ਦੇ ਸਵਾਲਾਂ ਦੇ ਜਵਾਬ ਤਲਾਸ਼ਦਾ ਉਸ ਦੇ ਨਾਲ ਤੁਰ ਪੈਂਦਾ ਹੈ ਤੇ ਅੱਗੇ ਤੋਂ ਅੱਗੇ ਯਾਤਰਾ ਕਰਦਾ ਹੈ। ਇਸ ਯਾਤਰਾ ਵਿੱਚ ਪਾਠਕ ਖਾਲੀ ਹੱਥ ਨਹੀਂ ਮੁੜਦਾ, ਬਲਕਿ ਪ੍ਰਭਜੋਤ ਕੌਰ ਆਪਣੇ ਜੀਵਨ ਵੇਰਵਿਆਂ ਨੂੰ ਯੂਨੀਵਰਸਲ ਬਣਾਉਂਦੀ ਤੁਰੀ ਜਾਂਦੀ ਹੈ।
ਪ੍ਰਭਜੋਤ ਕੌਰ ਆਪਣੀ ਸਿਰਜਣ ਪ੍ਰਕਿਰਿਆ ਦੇ ਅਨੁਭਵ ਸਾਂਝੇ ਕਰਨ ਸਮੇਂ ਉਸ ਬਾਰੇ तमाम ਟਿੱਪਣੀਆਂ ਵਿਦਵਾਨਾਂ ਦੀਆਂ ਉਸ ਬਾਰੇ ਦਿੱਤੀਆਂ ਧਾਰਨਾਵਾਂ ਨੂੰ ਵੀ ਆਪਣੀ ਵਾਰਤਕ ਵਿੱਚ ਦਰਜ ਕਰਦੀ ਹੈ। ਜਿਵੇਂ SS ਅਮੋਲ ਹਰਕਿਸ਼ਨ, S ਸੋਜ, ਜਸਪੀਰ ਸਿੰਘ ਆਹਲੂਵਾਲੀਆ, ਡਾਕਟਰ ਸਤਿੰਦਰ ਸਿੰਘ, ਸੰਤ ਸਿੰਘ ਸੇਖੋਂ, ਹਰਚਰਨ ਸਿੰਘ ਆਦਿ। ਸਥਿਤੀ ਇਹ ਹੈ ਕਿ ਇੱਕ ਪਾਸੇ ਵਿਦਵਾਨਾਂ ਦੀਆਂ ਟਿੱਪਣੀਆਂ ਨੂੰ ਆਪਣੀ ਵਾਰਤਕ ਵਿੱਚ ਦਰਜ ਕਰਕੇ ਆਪਣੀ ਲੇਖਣੀ ਦੇ ਤੱਥਗਤ ਵੇਰਵੇ ਦਿੰਦੀ ਹੈ, ਪਰ ਦੂਜੇ ਪਾਸੇ ਇਹ ਵੀ ਕਹਿੰਦੀ ਹੈ ਕਿ ਪੰਜਾਬੀ ਦੀ ਆਲੋਚਨਾ ਅਜੇ ਪ੍ਰੋੜ ਨਹੀਂ ਹੋਈ। ਆਲੋਚਕਾਂ ਤੇ ਵਿਅੰਗ ਕਰਦੀ ਹੋਈ ਉਹਨਾਂ ਨੂੰ ਭੰਡ ਵੀ ਕਹਿ ਦਿੰਦੀ ਹੈ। ਇੱਥੇ ਉਸ ਦਾ ਦ੍ਰਿਸ਼ਟੀਕੋਣ ਸਵਾਲ ਦੇ ਘੇਰੇ ਵਿੱਚ ਆ ਜਾਂਦਾ ਹੈ। ਸਮੁੱਚੇ ਰੂਪ 'ਚ ਕਿਹਾ ਜਾ ਸਕਦਾ ਹੈ ਕਿ ਪ੍ਰਭਜੋਤ ਕੌਰ ਸਾਹਿਤ ਦੀ ਇੱਕ ਤੋਂ ਵਧੇਰੇ ਵਿਧਾਵਾਂ ਵਿੱਚ ਸਾਹਿਤ ਰਚਨ ਕਰਨ ਵਾਲੀ ਲੇਖਿਕਾ ਹੈ। ਉਸ ਕੋਲ ਜੀਵਨ ਦਾ ਅਨੁਭਵ ਵੀ ਹੈ ਤੇ ਅਧਿਐਨ ਵੀ। ਉਸ ਕੋਲ ਦ੍ਰਿਸ਼ਟੀਕੋਣ ਦੀ ਮੌਲਿਕਤਾ ਤੇ ਵਿਲੱਖਣਤਾ ਦੋਵੇਂ ਹਨ। ਉਹ ਭਾਸ਼ਾ ਯੋਗਤਾ ਨਾਲ ਆਪਣੀ ਵਾਰਤਕ ਨੂੰ ਵਧੇਰੇ ਸਾਰਥਕ, ਸਹਿਜ, ਵਿਸ਼ਾਲ ਤੇ ਮੌਲਿਕ ਬਣਾਉਂਦਾ ਹੈ। ਇਸ ਨੂੰ ਬਿਰਤਾਂਤਮਈ, ਦਾਰਸ਼ਨਿਕ, ਵਿਆਖਿਆਮਈ ਤੇ ਇਤਿਹਾਸਿਕ ਬਣਾ ਲੈਂਦੀ ਹੈ। ਉਸ ਕੋਲ ਕਾਵਿਕ ਤੇ ਵਿਅੰਗਮਈ ਵਾਰਤਕ ਦਾ ਰੰਗ ਵੀ ਹੈ। ਪ੍ਰਭਜੋਤ ਕੌਰ ਦੀ ਵਾਰਤਕ ਵਿੱਚ ਸ਼ਿਸ਼ਟਾਚਾਰ ਦਾ ਗੁਣ ਹੈ, ਪਰ ਇਹ ਵੀ ਸਪਸ਼ਟ ਹੈ ਕਿ ਉਸ ਦੀ ਵਾਰਤਕ ਜਜ਼ਬਾਤੀ ਵਧੇਰੇ ਹੈ। ਉਸ ਦੀਆਂ ਰਚਨਾਵਾਂ ਪੰਜਾਬੀ ਵਾਰਤਕ ਸਾਹਿਤ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਹਨ। ਧੰਨਵਾਦ।